Welcome students once again, and as you know, we had started with the Photoshop 2020 and so पिछले लेक्चर ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਆਪਾਂ ਬੇਸਿਕ ਇੰਟਰੋਡਕਸ਼ਨ ਦੇ ਬਾਰੇ ਗੱਲ ਕੀਤੀ ਸੀ। ਸੋ ਫੋਟੋਸ਼ਾਪ ਦੀ ਬੇਸਿਕ ਸਕਰੀਨ ਆਪਾਂ ਦੇਖੀ ਸੀ। ਸੋ ਫॉर ਐਗਜ਼ਾਮਪਲ ਜਿਵੇਂ ਹੁਣ ਤੁਸੀਂ ਇੱਥੇ ਸਕਰੀਨ ਦੇਖ ਪਾ ਰਹੇ ਹੋ, ਸੋ ਇਹ ਸਕਰੀਨ ਆਪਾਂ ਪਹਿਲਾਂ ਦੇਖੀ ਹੋਈ ਹੈ ਐਂਡ ਉਸ ਤੋਂ ਬਾਅਦ ਆਪਾਂ ਟੂਲ ਬਾਰ ਵੀ ਦੇਖ ਲਿਆ ਸੀ ਕਿ ਇਹ ਵਾਲਾ ਆਪਣਾ ਟੂਲ ਬਾਰ ਹੁੰਦਾ। ਹਾਲਾਂਕਿ ਆਪਣੇ ਟੂਲਸ ਆਪਾਂ ਸਾਰੇ ਡਿਸਕਸ ਨਹੀਂ ਕੀਤੇ, ਸੋ ਉਹ 1 ਬਾਏ 1 ਡਿਸਕਸ ਕਰਾਂਗੇ। ਪਿਛਲੇ ਲੈਕਚਰ ਦੇ ਵਿੱਚ ਆਪਾਂ ਮੂਵ ਟੂਲ ਬਾਰੇ ਗੱਲ ਕਰ ਚੁੱਕੇ ਹਾਂ ਐਂਡ ਜੋ ਸਿਲੈਕਸ਼ਨ ਟੂਲ ਹੈ ਮੈਰਕਿਊ ਟੂਲ ਉਸ ਦੇ ਬਾਰੇ ਗੱਲ ਕਰ ਚੁੱਕੇ ਹਾਂ। ਉਸ ਦੀਆਂ ਕੁਝ ਪ੍ਰੋਪਰਟੀਜ਼ ਸੀ ਜੋ ਆਪਾਂ ਦੇਖੀਆਂ ਸੀ ਕਿ ਐਡੀਸ਼ਨ ਕਿੱਦਾਂ ਕਰ ਸਕਦੇ ਹਾਂ, ਸਬਟਰੈਕਸ਼ਨ ਕਿੱਦਾਂ ਕਰ ਸਕਦੇ ਹਾਂ ਆਲਰੇਡੀ ਜੋ ਸਿਲੈਕਸ਼ਨ ਤੁਸੀਂ ਬਣਾਈ ਹੋਈ ਹੈ, ਦੈਨ ਇੰਟਰਸੈਕਸ਼ਨ ਕਿੱਦਾਂ ਕਰ ਸਕਦੇ ਹੋ ਉਸ ਬਾਰੇ ਆਪਾਂ ਗੱਲ ਕੀਤੀ ਸੀ। ਉਸ ਤੋਂ ਬਾਅਦ ਫੈਦਰ ਇਫੈਕਟ ਕਿੱਦਾਂ ਕ੍ਰੀਏਟ ਕਰਦਾ ਉਸ ਦੇ ਬਾਰੇ ਗੱਲ ਕੀਤੀ ਸੀ ਐਂਡ ਦੈਨ ਉਸ ਤੋਂ ਬਾਅਦ ਆਪਾਂ ਮੂਵ ਟੂਲ ਬਾਰੇ ਗੱਲ ਕੀਤੀ ਸੀ ਐਂਡ ਆਪਾਂ ਇਹ ਵੀ ਡਿਸਕਸ ਕੀਤਾ ਸੀ ਕਿ ਜੋ ਵੀ ਤੁਸੀਂ ਨਵਾਂ ਕੰਮ ਕਰ ਰਹੇ ਹੋਗੇ, ਕੋਈ ਵੀ ਨਵਾਂ ਆਬਜੈਕਟ ਕ੍ਰੀਏਟ ਕਰਦੇ ਹੋਗੇ, ਕਿਸੇ ਵੀ ਤਰ੍ਹਾਂ ਦੇ ਕੋਈ ਬ੍ਰਸ਼ ਸਟ੍ਰੋਕ ਲਗਾ ਰਹੇ ਹੋ ਜਾਂ ਕਿਸੇ ਫੋਟੋ ਦੇ ਉੱਪਰ ਤੁਸੀਂ ਕੋਈ ਕੰਮ ਕਰ ਰਹੇ ਹੋਗੇ, ਕੋਈ ਉਸਨੂੰ ਐਡੀਟਿੰਗ ਕਰ ਰਹੇ ਹੋ, ਤਾਂ ਪ੍ਰੈਫਰੇਬਲੀ ਉਹ ਸਾਰੀਆਂ ਚੀਜ਼ਾਂ ਨਵੀਂ ਲੇਅਰ ਦੇ ਵਿੱਚ ਕੀਤੀਆਂ ਜਾਣ ਤਾਂ ਬੈਟਰ ਰਹਿੰਦਾ, ਕਿਉਂਕਿ ਨਵੀਂ ਲੇਅਰ ਦੇ ਵਿੱਚ ਜੋ ਵੀ ਤੁਸੀਂ ਕੰਮ ਕੀਤਾ ਹੋਇਆ ਉਸ ਨੂੰ ਮੂਵ ਕਰਨਾ ਹੈ, ਉਸ ਨੂੰ ਹੈਂਡਲ ਕਰਨਾ ਈਜ਼ੀ ਰਹਿ ਜਾਂਦਾ। ਅਦਰਵਾਈਜ਼ ਅਗਰ ਤੁਸੀਂ ਉਸੇ ਇਮੇਜ ਦੇ ਉੱਪਰ ਕੰਮ ਕਰ ਰਹੇ ਹੋ ਦੈਨ ਉਸ ਇਮੇਜ ਦੇ ਉੱਪਰੋਂ ਦੁਬਾਰਾ ਤੋਂ ਅਗਰ ਕੋਈ ਤੁਸੀਂ ਉਸ ਨੂੰ ਵਾਪਸ ਉਸੇ ਪੋਜੀਸ਼ਨ 'ਤੇ ਲੈ ਕੇ ਜਾਣਾ, ਸੋ ਉਹ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ, ਖਾਸ ਕਰਕੇ ਉਦੋਂ ਜਦੋਂ ਤੁਸੀਂ ਉਸ ਫੋਟੋਗ੍ਰਾਫ ਨੂੰ ਸੇਵ ਕਰ ਚੁੱਕੇ ਹੋ ਐਂਡ ਉਸ ਨੂੰ ਦੁਬਾਰਾ ਓਪਨ ਕਰਦੇ ਹੋ ਤਾਂ ਤੁਸੀਂ ਉਸ ਨੂੰ ਰੋਲ ਬੈਕ ਨਹੀਂ ਕਰ ਪਾਓਗੇ। ਓਕੇ, ਇਸ ਤੋਂ ਇਲਾਵਾ ਆਪਾਂ ਬੈਕਗਰਾਊਂਡ ਅਤੇ ਫੋਰਗਰਾਊਂਡ ਕਲਰ ਬਾਰੇ ਵੀ ਡਿਸਕਸ ਕੀਤਾ ਸੀ ਕਿ ਆਪਾਂ ਜਿਹੜੇ ਆਪਣੇ ਕੋਲ ਦੋ ਤਰ੍ਹਾਂ ਦੇ ਕਲਰਸ ਹੁੰਦੇ ਨੇ, ਬੈਕਗਰਾਊਂਡ ਕਲਰ ਐਂਡ ਫੋਰਗਰਾਊਂਡ ਕਲਰ। ਐਂਡ ਉਸ ਤੋਂ ਬਾਅਦ ਆਪਾਂ ਇਹ ਵੀ ਡਿਸਕਸ ਕੀਤਾ ਸੀ ਕਿ ਅਗਰ ਤੁਸੀਂ ਐਲਟ ਤੇ ਬੈਕ ਸਪੇਸ ਪ੍ਰੈਸ ਕਰਦੇ ਹੋ ਦੈਨ ਇਨ ਦੈਟ ਕੇਸ ਯੂ ਕੈਨ ਫਿਲ ਦ ਫੋਰਗਰਾਊਂਡ ਕਲਰ। ਸੋ ਇੱਥੇ ਆਪਣੇ ਕੋਲ ਬਲੈਕ ਹੈ ਜੋ ਫੋਰਗਰਾਊਂਡ ਕਲਰ ਹੈ ਐਂਡ ਉਸ ਤੋਂ ਬਾਅਦ ਬੈਕਗਰਾਊਂਡ ਕਲਰ ਨੂੰ ਤੁਸੀਂ ਅਲੱਗ ਤੋਂ ਸਿਲੈਕਟ ਕਰ ਸਕਦੇ ਹੋ ਐਂਡ ਅਗਰ ਤੁਸੀਂ ਬੈਕਗਰਾਊਂਡ ਕਲਰ ਫਿਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਟਰੋਲ ਤੇ ਬੈਕ ਸਪੇਸ ਨੂੰ ਪ੍ਰੈਸ ਕਰੋਗੇ ਤਾਂ ਤੁਸੀਂ ਬੈਕਗਰਾਊਂਡ ਕਲਰ ਫਿਲ ਕਰ ਸਕਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਆਲਰੇਡੀ ਦੇਖ ਚੁੱਕੇ ਹਾਂ ਪ੍ਰੀਵੀਅਸ ਵੀਡੀਓ ਦੇ ਵਿੱਚ। ਸੋ ਜਿਨ੍ਹਾਂ ਨੇ ਵੀਡੀਓ ਉਹ ਨਹੀਂ ਦੇਖੀ ਤਾਂ ਪਲੀਜ਼ ਡਿਸਕ੍ਰਿਪਸ਼ਨ ਲਿੰਕ ਚੈੱਕ ਕਰ ਲਿਓ ਐਂਡ ਉਸ ਤੋਂ ਬਾਅਦ ਆਈ ਬਟਨ ਵੀ ਤੁਸੀਂ ਚੈੱਕ ਕਰ ਸਕਦੇ ਹੋ। ਸੋ ਉੱਪਰ ਤੁਹਾਨੂੰ ਟੌਪ ਦੇ ਉੱਪਰ ਉਸ ਦੀ ਨੋਟੀਫਿਕੇਸ਼ਨ ਆ ਰਹੀ ਹੋਏਗੀ। ਨਾਓ ਨੈਕਸਟ ਜੋ ਅੱਜ ਆਪਾਂ ਡਿਸਕਸ ਕਰਾਂਗੇ ਸਿਲੈਕਸ਼ਨ ਟੂਲ ਦਾ ਜੋ ਦੂਸਰਾ ਪਾਰਟ ਹੈ ਦੈਟ ਇਜ਼ ਲੈਸੋ ਟੂਲ। ਲੈਸੋ ਟੂਲ ਨੂੰ ਆਪਾਂ ਡਿਸਕਸ ਕਰਾਂਗੇ, ਬਟ ਲੈਸੋ ਟੂਲ ਨੂੰ ਡਿਸਕਸ ਕਰਨ ਤੋਂ ਪਹਿਲਾਂ ਜੋ ਮੈਰਕਿਊ ਟੂਲ ਆਪਾਂ ਡਿਸਕਸ ਕਰ ਚੁੱਕੇ ਹਾਂ ਉਸ ਦੇ ਵਿੱਚ ਇੱਕ ਦੋ ਚੀਜ਼ਾਂ ਹੈ ਜੋ ਸਟਿਲ ਥੋੜ੍ਹੀਆਂ ਜਿਹੀ ਪੈਂਡਿੰਗ ਨੇ, ਸੋ ਉਹਨਾਂ ਨੂੰ ਪਹਿਲਾਂ ਕਵਰ ਅਪ ਕਰ ਲੈਂਦੇ ਹਾਂ, ਫਿਰ ਆਪਾਂ ਲੈਸੋ ਟੂਲ ਵੱਲ ਵਧਾਂਗੇ। ਨਾਓ ਹੁਣ ਜੋ ਆਪਣੇ ਕੋਲ ਮੈਰਕਿਊ ਟੂਲ ਹੈ, ਸੋ ਮੈਂ ਇਸ ਨੂੰ ਰਾਈਟ ਨਾਓ ਸਿਲੈਕਟ ਕਰ ਲੈਣਾ। ਸੋ ਸਿਲੈਕਟ ਕਰਕੇ ਮੈਂ ਇਸ ਨੂੰ ਉਸ ਤੋਂ ਬਾਅਦ ਕੋਈ ਮੈਂ ਸਿਲੈਕਸ਼ਨ ਬਣਾ ਲੈਣਾ ਇੱਥੇ। ਸੋ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਡਿਸਕਸ ਕਰਨ ਵਾਲੀਆਂ ਨੇ। ਸੋ ਇਸ ਦੇ ਵਿੱਚ ਇੱਕ ਤਾਂ ਚੀਜ਼ ਇਹ ਹੈ ਕਿ ਜਦੋਂ ਤੁਸੀਂ ਇਸ ਨੂੰ ਸਿਲੈਕਟ ਕਰ ਲੈਂਦੇ ਹੋ ਐਂਡ ਇਸੇ ਸਿਲੈਕਸ਼ਨ ਦੇ ਅੰਦਰ ਜਾ ਕੇ ਤੁਸੀਂ ਰਾਈਟ ਕਲਿੱਕ ਕਰਕੇ ਉਸ ਤੋਂ ਬਾਅਦ ਤੁਸੀਂ ਅਗਰ ਇਸ ਸਿਲੈਕਸ਼ਨ ਤੋਂ ਉਲਟੀ ਸਿਲੈਕਸ਼ਨ ਕਰਨੀ ਚਾਹੁੰਦੇ ਹੋ, ਇਸ ਤੋਂ ਰਿਵਰਸ ਸਿਲੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਤੁਸੀਂ ਇਨਵਰਸ ਦੇ ਉੱਪਰ ਜਾ ਕੇ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਜਿਹੜੀ ਬਾਹਰ ਵਾਲੀ ਸਿਲੈਕਸ਼ਨ ਹੈ ਉਹ ਹੋ ਜਾਏਗੀ। ਐਂਡ ਫੋਰ ਐਗਜ਼ਾਮਪਲ ਇੱਥੇ ਤੁਸੀਂ ਕੋਈ ਕਲਰ ਫਿਲ ਕਰਨਾ ਚਾਹੁੰਦੇ ਹੋ। ਸੋ ਹਾਲਾਂਕਿ ਸਿਲੈਕਸ਼ਨ ਸਟਾਰਟਿੰਗ ਦੇ ਵਿੱਚ ਆਪਾਂ ਆਹ ਵਾਲੀ ਬਣਾਈ ਸੀ, ਬਟ ਇਹ ਵਾਲੀ ਸਿਲੈਕਸ਼ਨ ਹੁਣ ਸਾਨੂੰ ਨਹੀਂ ਚਾਹੀਦੀ, ਸਾਨੂੰ ਇਸ ਦਾ ਰਿਵਰਸ ਚਾਹੀਦਾ। ਸੋ ਰਿਵਰਸ ਦੇ ਲਈ ਅਸੀਂ ਕੀ ਕਰਾਂਗੇ, ਰਾਈਟ ਕਲਿੱਕ ਜਾ ਕੇ ਅਸੀਂ ਸਿਲੈਕਟ ਇਨਵਰਸ ਦੀ ਆਪਸ਼ਨ ਚੂਜ਼ ਕਰ ਲਾਂਗੇ। ਸੋ ਇਸ ਦੇ ਨਾਲ ਤੁਸੀਂ ਇਨਵਰਸ ਜੋ ਹੈ ਉਸ ਦਾ ਸਿਲੈਕਟ ਕਰ ਸਕਦੇ ਹੋ। ਦੈਨ ਉਸ ਤੋਂ ਬਾਅਦ ਇਸ ਸਿਲੈਕਸ਼ਨ ਨੂੰ ਆਪਾਂ ਬੰਦ ਕਰ ਰਹੇ ਹਾਂਗੇ, ਕੰਟਰੋਲ ਡੀ ਦੇ ਨਾਲ ਅਸੀਂ ਇਸ ਨੂੰ ਬੰਦ ਕਰ ਦਾਂਗੇ ਐਂਡ ਆਫਟਰ ਦੈਟ ਉਸ ਤੋਂ ਬਾਅਦ ਜੋ ਇੱਕ ਚੀਜ਼ ਦੇਖਣ ਲਾਇਕ ਹੈ ਉਹ ਹੈ ਐਂਟੀ ਏਲੀਆਸਿੰਗ। ਓਕੇ, ਨਾਓ ਐਂਟੀ ਏਲੀਆਸਿੰਗ ਜੋ ਫੀਚਰ ਹੈ ਉਹ ਆਪਣੇ ਕੋਲ ਆਪਾਂ ਇੱਥੇ ਫਿਲਹਾਲ ਇੱਕ ਨਿਊ ਲੇਅਰ ਕ੍ਰੀਏਟ ਕਰ ਲੈਂਦੇ ਹਾਂ ਐਂਡ ਨਿਊ ਲੇਅਰ ਦੇ ਵਿੱਚ ਆਪਾਂ ਟੂਲ ਯੂਜ਼ ਕਰਦੇ ਹਾਂ ਇਲਿਪਟੀਕਲ ਮਾਰਕ ਟੂਲ ਐਂਡ ਇਸ ਤੋਂ ਬਾਅਦ ਇਸ ਜਿਹੜਾ ਇਹ ਇਲਿਪਟੀਕਲ ਟੂਲ ਹੈ ਇਸ ਦੇ ਨਾਲ ਤੁਸੀਂ ਐਲਿਪਸ ਬਣਾ ਸਕਦੇ ਹੋ। ਓਕੇ, ਨਾਓ ਇਕੱਲਾ ਐਲਿਪਸ ਨਹੀਂ ਬਣਾ ਸਕਦੇ, ਅਗਰ ਤੁਸੀਂ ਸ਼ਿਫਟ ਪ੍ਰੈਸ ਕਰਦੇ ਹੋ ਤਾਂ ਇਹ ਪੂਰੇ ਦਾ ਪੂਰਾ ਸਰਕਲ ਦੀ ਫਾਰਮ 'ਚ ਹੋ ਜਾਏਗਾ। ਅਗਰ ਸ਼ਿਫਟ ਪ੍ਰੈਸ ਕਰਕੇ ਰੱਖੋਗੇ ਤਾਂ ਸਰਕਲ ਬਣੇਗਾ, ਅਗਰ ਸ਼ਿਫਟ ਨਹੀਂ ਪ੍ਰੈਸ ਕਰਦੇ ਤਾਂ ਇਹ ਐਲਿਪਸ ਬਣੇਗਾ। ਓਕੇ, ਸੋ ਫॉर ਐਗਜ਼ਾਮਪਲ ਆਪਾਂ ਇੱਕ ਸਰਕਲ ਬਣਾ ਲੈਂਦੇ ਹਾਂ ਐਂਡ ਸਰਕਲ ਬਣਾ ਕੇ ਆਪਾਂ ਇਸ ਨੂੰ ਥੋੜ੍ਹਾ ਜਿਹਾ ਕਲਰ ਦੇ ਦਿੰਦੇ ਹਾਂ। ਸੋ ਕਲਰ ਦੇਣ ਦੇ ਲਈ ਆਪਾਂ ਇੱਥੋਂ ਇੱਕ ਡਿਫਰੈਂਟ ਕਲਰ ਚੂਜ਼ ਕਰ ਲੈਂਦੇ ਹਾਂ। ਸੋ ਲੈਟਸ ਸੇ ਆਪਾਂ ਇੱਥੇ ਦਿਸ ਕਲਰ ਆਪਾਂ ਇਹ ਵਾਲਾ ਕਲਰ ਚੂਜ਼ ਕਰ ਲੈਂਦੇ ਹਾਂ ਐਂਡ ਉਸ ਤੋਂ ਬਾਅਦ ਇਸ ਨੂੰ ਫਿਲ ਕਰਦੇ ਹਾਂ ਵਿਦ ਦਾ ਹੈਲਪ ਆਫ ਐਲਟ ਐਂਡ ਬੈਕ ਸਪੇਸ ਐਂਡ ਉਸ ਤੋਂ ਬਾਅਦ ਇਸ ਨੂੰ ਕੰਟਰੋਲ ਡੀ ਕਰਦੇ ਹਾਂ। ਨਾਓ ਹੇਅਰ ਆਈ ਐਮ ਗੋਇੰਗ ਟੂ ਡਿਸਕਸ ਦ
एंटी एलियासिंग फीचर। सो आह वाला जिहड़ा फीचर है सो इसनूं मैं डिस्कस कर रहा इत्थे। इसनूं मैं पहला एक ऑन करके एक जो है सर्कल बनाया है एंड उस तो बाद मैं इसनूं ऑफ करके एक सर्कल बनाऊंगा तो तुसी थोड़ा उस तो बाद थोनों इसका डिफरेंस क्लीयर होएगा कि की चीज़ है जो जिस दे बारे मैं गल कर रहा। सो अगेन इत्थे एक सर्कल है एंड उस तो बाद मैं इसनूं फिल कर लेना बाय यूजिंग एल्ट एंड बैक स्पेस एंड दैन कंट्रोल डी मैं इसनूं की कर देना डी सिलेक्ट कर देना। सो फॉर एग्जाम्पल देखो मैं इसनूं हल्का जिहा जूम किया, मैं इसनूं ज़्यादा जूम नहीं किया। तुसी डिफरेंस देख पाओगे कि जदों तां जो इसका आई मीन जदों इसका एंटी एलियासिंग वाला फीचर ऑन सी ਤਾਂ उस टाइम ਦੇ ਉੱਪਰ देखो सर्कल ਦੇ ਵਿੱਚ हमेशा जो ਕਰਵ ਹੁੰਦੀ ਹੈ, ठीक है ना। सो जो ਕਰਵ ਹੁੰਦੀ ਹੈ ਉਹ ਕਦੇ ਵੀ ਪੂਰੇ ਦੇ ਪੂਰੇ ਪਿਕਸਲਸ ਫਿਲ ਨਹੀਂ ਕਰ ਪਾਉਂਦੀ ਕਿਉਂਕਿ ਸਕੁਆਇਰ ਦੇ ਵਿੱਚ ਅਗਰ ਮੈਂ ਤੁਹਾਡੇ ਨਾਲ ਗੱਲ ਕਰਾਂ ਫॉर एग्जांपल ਅਸੀਂ ਇੱਕ ਸਕੁਆਇਰ ਬਣਾਇਆ, ਇੱਕ ਰੈਕਟੈਂਗਲ ਦੀ ਸ਼ੇਪ ਬਣਾਈ ਹੈ ਤਾਂ ਇਸ ਦੇ ਵਿੱਚ ਪਿਕਸਲਸ ਪੂਰੇ ਦੇ ਪੂਰੇ ਫਿਲ ਹੋ ਜਾਂਦੇ ਨੇ। ਰੀਜ਼ਨ ਬੀਇੰਗ ਕਿਉਂਕਿ ਪਿਕਸਲ ਇਟਸੈਲਫ ਇਜ਼ ਅ ਸਕੁਆਇਰ। ਸੋ ਪਿਕਸਲ ਦੀ ਫਾਰਮ ਜੋ ਹੈ ਉਹ ਸਕੁਆਇਰ ਦੀ ਫਾਰਮ ਹੁੰਦੀ ਹੈ। ਸੋ ਇਸ ਕਰਕੇ ਜੋ ਪਿਕਸਲ ਹੈ ਉਹ ਰੈਕਟੈਂਗਲ ਦੇ ਵਿੱਚ ਪੂਰਾ ਫਿਟ ਹੋ ਜਾਂਦਾ ਹੈ ਐਂਡ जो अपना सर्कल है उस दे विच ये अपने को दिक्कत आती है। एंड पिक्सल्स के बारे अगर तुसी होर देखना है तो अगेन डिस्क्रिप्शन दे विच एक लिंक दिता होया जिस वीडियो के उत्ते जाके तुसी देख सकते हो कि पिक्सल की है, रेजोल्यूशन की है। सो बेसिक्स ऑफ एन इमेज मैं उत्थे डिस्कस किए हुए ने। नाउ मूविंग ऑन टू दिस एंटी एलियासिंग एंड एलियासिंग ਜਦੋਂ ਤਾਂ ਐਂਟੀ ਐਲਿਆਸਿੰਗ ਵਾਲਾ ਫੀਚਰ ਮੈਂ ਔਨ ਕੀਤਾ ਹੈ ਤਾਂ ਉਸ ਟਾਈਮ ਦੇ ਉੱਪਰ ਜੋ ਸਰਕਲ ਹੈ, ਸਪੈਸ਼ਲੀ ਸਰਕਲ ਦੇ ਕੇਸ ਦੇ ਵਿੱਚ ਤੁਸੀਂ ਇੱਥੇ ਦੇਖੋਗੇ ਐਜਿਸ ਜੋ ਹੈਗੇ ਨੇ ਇਸ ਦੀ ਜੋ ਕਰਵ ਹੈ ਉਹ ਸਮੂਥ ਹੈ, ਉਹ ਸ਼ਾਰਪ ਨਹੀਂ ਹੈ, ਉਸ ਦੇ ਵਿੱਚ ਕੋਈ ਸ਼ਾਰਪ ਪੁਆਇੰਟਸ ਨਹੀਂ ਹੈ। ਸੋ ਉਹ ਕਾਫੀ ਸਮੂਥ ਹੈ, ਠੀਕ ਹੈ। ਕਿਉਂਕਿ ਸਰਕਲ ਜਿਹੜੇ ਹੈਗੇ ਸਰਕਲ ਦੇ ਵਿੱਚ ਕਿਉਂਕਿ ਸਾਰੇ ਪਿਕਸਲਸ ਫਿਲ ਨਹੀਂ ਹੁੰਦੇ, ਇਸ ਕਰਕੇ ਸਰਕਲ ਡਰਾ ਕਰਨ ਦੇ ਲਈ ਖਾਸ ਕਰਕੇ ਜਦੋਂ ਤੁਸੀਂ ਐਂਟੀ ਐਲਿਆਸਿੰਗ ਫੀਚਰ ਯੂਜ਼ ਕਰ ਰਹੇ ਹੋ ਤਾਂ ਜਿਹੜੇ ਪਿਕਸਲਸ ਹੈ ਉਹ ਪਿਕਸਲਸ ਨੂੰ ਹਲਕਾ ਥੋੜਾ ਜਿਹਾ ਕਲਰ ਵੀ ਦੇਣਾ ਪੈਂਦਾ। ਸੋ ਹਲਕਾ ਲਾਈਟ ਕਲਰ ਦੇਣਾ ਪੈਂਦਾ ਤਾਂ ਕਿ ਉਹ ਜਿਹੜਾ ਉਸ ਦੀ ਜੋ ਐਜਿਸ ਨੇ ਉਹ ਸਮੂਥ ਨਿਕਲ ਕੇ ਆਉਣ, ਉਸ ਦੇ ਵਿੱਚ ਕੋਈ ਇੱਦਾਂ ਦਾ ਸ਼ਾਰਪਨੈਸ ਸਾਨੂੰ ਨਾ ਦਿਖੇ। ਬਟ ਅਗਰ ਤੁਸੀਂ ਐਂਟੀ ਐਲਿਆਸਿੰਗ ਵਾਲਾ ਫੀਚਰ ਔਨ ਨਹੀਂ ਕਰਦੇ ਤਾਂ ਤੁਸੀਂ ਇੱਥੇ ਦੇਖੋਗੇ ਕਿ ਇੱਥੇ ਕੋਈ ਵੀ ਇਸ ਕਲਰ ਦਾ ਲਾਈਟ ਪਿਕਸਲ ਨਹੀਂ ਹੈ ਜੋ ਇਸ ਨੂੰ ਸਮੂਥਨੈਸ ਦੇਵੇ। ਇਸ ਕਰਕੇ ਇੱਥੇ ਬਿਲਕੁਲ ਸ਼ਾਰਪ ਪਿਕਸਲਸ ਨੇ ਐਂਡ ਸਿਰਫ ਓਨੀ ਜੋ ਪਿਕਸਲ ਦੀ ਵੈਲਿਊ ਹੈ ਉਹੀ ਹੈ, ਉੱਪਰ ਥੱਲੇ ਕੋਈ ਵੀ ਲਾਈਟ ਪਿਕਸਲ ਨਹੀਂ ਹੈ ਜੋ ਕਿ ਇਸ ਨੂੰ ਸਮੂਥਨੈਸ ਦੇਵੇ। ਐਂਡ ਦੈਟਸ ਵਾਈ ਸਾਨੂੰ ਐਂਟੀ ਐਲਿਆਸਿੰਗ ਜਦੋਂ ਫੀਚਰ ਅਸੀਂ ਬੰਦ ਕਰ ਦਿੰਦੇ ਹਾਂ ਤਾਂ ਸਾਨੂੰ ਜੋ ਚੀਜ਼ਾਂ ਨੇ ਉਹ ਬਹੁਤ ਸ਼ਾਰਪ ਦਿਖਦੀਆਂ ਨੇ। ਸ਼ਾਰਪ ਇਨ ਦਾ ਸੈਂਸ ਕਿ ਜੋ ਐਜਿਸ ਨੇ ਨਾ ਉਹ ਸਮੂਥ ਨਹੀਂ ਹੈ। ਸੋ ਅਗਰ ਤੁਹਾਨੂੰ ਐਜਿਸ ਸਮੂਥ ਚਾਹੀਦੇ ਨੇ ਤਾਂ ਤੁਸੀਂ ਐਂਟੀ ਐਲਿਆਸਿੰਗ ਵਾਲਾ ਫੀਚਰ ਔਨ ਕਰੋਗੇ। ਅਗਰ ਤੁਹਾਨੂੰ ਐਜਿਸ ਸਮੂਥ ਨਹੀਂ ਚਾਹੀਦੇ ਦੈਨ ਯੂ ਕੈਨ ਡਿਸੇਬਲ ਦੈਟ ਫੀਚਰ ਐਂਡ ਇਟ ਇਜ਼ ਸਪੈਸ਼ਲੀ ਇਨ ਦਾ ਕੇਸ ਆਫ ਸਰਕਲ ਔਰ ਐਲਿਪਸ ਜਿੱਥੇ ਕਰਵ ਦੀ ਗੱਲ ਕਰਦੇ ਅਸੀਂ, ਓਕੇ, ਆਰਕ ਦੀ ਗੱਲ ਕਰਦੇ ਹਾਂ। ਹਾਲਾਂਕਿ ਰੈਕਟੈਂਗਲ ਐਂਡ ਸਕੁਆਇਰ ਦੇ ਵਿੱਚ ਇਸ ਫੀਚਰ ਦਾ ਕੋਈ ਜ਼ਿਆਦਾ ਕਹੀਏ ਕਿ ਰੋਲ ਨਹੀਂ ਹੈ, ਠੀਕ ਹੈ ਨਾ। ਸੋ ਸਰਕਲ ਦੇ ਵਿੱਚ ਇਸ ਚੀਜ਼ ਦਾ ਜ਼ਿਆਦਾ ਰੋਲ ਹੈ। ਨਾਓ ਨੈਕਸਟ ਜੋ ਹੈ ਆਪਣੇ ਕੋਲ ਡਿਸਕਸ ਕਰਨ ਲਾਇਕ ਸੀ ਦੈਟ ਇਜ਼ ਤੁਸੀਂ ਸ਼ੇਪ ਇਸ ਦੀ ਕੰਟਰੋਲ ਕਰ ਸਕਦੇ ਹੋ। ਸਟਾਈਲ ਜੋ ਹੈ ਜਿੰਨੀ ਵੀ ਸਿਲੈਕਸ਼ਨ ਕਰਦੇ ਹੋ ਉਸ ਦੇ ਵਿੱਚ ਫਿਕਸਡ ਰੇਸ਼ੀਓ ਰੱਖਣਾ ਚਾਹੋ ਤਾਂ ਤੁਸੀਂ ਫਿਕਸਡ ਰੇਸ਼ੀਓ ਰੱਖ ਸਕਦੇ ਹੋ ਐਂਡ ਫਿਕਸਡ ਸਾਈਜ਼ ਰੱਖਣਾ ਚਾਹੋ ਤਾਂ ਤੁਸੀਂ ਉਸ ਦਾ ਫਿਕਸਡ ਸਾਈਜ਼ ਰੱਖ ਸਕਦੇ ਹੋ। ਫॉर एग्जांपल ਮੈਂ ਇਸ ਨੂੰ 100 ਪਿਕਸਲ ਐਂਡ ਲੈਟਸ ਸੇ ਬਾਈ 100 ਪਿਕਸਲ ਦੇ ਨਾਲ ਮੈਂ ਇਸ ਨੂੰ ਕੀ ਕਰ ਰਿਹਾ ਹੈਗਾ, ਸੈੱਟ ਕਰ ਰਹੇ ਹਾਂ, ਠੀਕ ਹੈ। ਤਾਂ ਉਸ ਤੋਂ ਬਾਅਦ ਮੈਂ ਇਸ ਨੂੰ ਡਰਾ ਕਰਦਾ ਤਾਂ ਦੇਖੋਗੇ ਮੇਰਾ ਜਿਹੜਾ ਸ਼ੇਪ ਹੈ ਉਹ ਸਕੁਆਇਰ ਦੀ ਫਾਰਮ ਦੇ ਵਿੱਚ ਆ ਚੁੱਕੀ ਹੈ ਕਿਉਂਕਿ 100 ਐਂਡ 100 ਹੈ ਤਾਂ ਦੋਨੇ ਸਾਈਡਸ ਸਾਰੀਆਂ ਸਾਈਡ ਸੇਮ ਹੋ ਗਈਆਂ। ਐਂਡ ਜਦੋਂ ਵੀ ਮੈਂ ਬਣਾਉਂਗਾ ਕੋਈ ਵੀ ਮੇਰੇ ਕੋਲ ਹੁਣ ਕੀ ਬਣੇਗਾ 100 ਐਂਡ 100 ਦਾ ਹੀ ਬਣੇਗਾ। ਮੈਂ ਉਸ ਤੋਂ ਜ਼ਿਆਦਾ ਨਹੀਂ ਕਰ ਸਕਦਾ, ਮੈਂ ਉਸ ਤੋਂ ਘੱਟ ਨਹੀਂ ਕਰ ਸਕਦਾ, ਓਕੇ। ਸੋ ਅਗਰ ਤੁਸੀਂ ਫਿਕਸਡ ਸਾਈਜ਼ ਬਣਾਉਣਾ ਚਾਹੁੰਦੇ ਹੋ ਫਿਕਸ ਸਾਈਜ਼ ਕਰ ਸਕਦੇ ਹੋ। ਦੈਨ ਫਿਕਸਡ ਰੇਸ਼ੀਓ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਰੇਸ਼ੀਓ ਫਿਕਸਡ ਰੱਖ ਸਕਦੇ ਹੋ, ਠੀਕ ਹੈ ਨਾ। ਸੋ 1/1 ਦੀ ਰੇਸ਼ੀਓ ਰੱਖਣਾ ਚਾਹੁੰਦੇ ਹੋ ਵੀ ਜਿੰਨੀ ਹਾਈਟ ਵਧੇਗੀ ਉਨੀ ਵਿਡਥ ਕੋਰਸਪੋਂਡਿੰਗਲੀ ਇਨਕਰੀਜ਼ ਹੋਏਗੀ। ਸੋ ਇੱਦਾਂ ਦੇ ਫੀਚਰਸ ਹੈ ਜੋ ਤੁਸੀਂ ਇਸ ਦੇ ਵਿੱਚ ਡਿਪਲੋਏ ਕਰ ਸਕਦੇ ਹੋ। ਸੋ ਦਿਸ ਵਾਜ਼ ਆਲ ਅਬਾਊਟ ਦ ਮੈਰੀਕਿਊ ਟੂਲ, ਠੀਕ ਹੈ ਨਾ। ਐਂਡ ਸਪੈਸ਼ਲੀ ਅਗਰ ਗੱਲ ਕਰੀਏ ਸੋ ਜਿਹੜਾ ਆਪਣੇ ਕੋਲ ਕੀ ਹੈ ਸਿਲੈਕਸ਼ਨ ਟੂਲ ਹੈ। ਸੋ ਇਸ ਦਾ ਸ਼ਾਰਟਕਟ ਹੈ ਜੀ ਐਮ ਟੂਲ, ਐਮ ਨਾਲ ਇਸ ਨੂੰ ਤੁਸੀਂ ਕਲਿੱਕ ਕਰ ਸਕਦੇ ਹੋ। ਸੋ ਇਸ ਟੂਲ ਦਾ ਸ਼ਾਰਟਕਟ ਹੈ, ਓਕੇ। ਨਾਓ ਮੂਵਿੰਗ ਔਨ ਟੂ ਦ ਨੈਕਸਟ ਵਨ ਦੈਟ ਇਜ਼ ਲੈਸੋ ਟੂਲ, ਠੀਕ ਹੈ ਨਾ। ਸੋ ਲੈਸੋ ਟੂਲ ਦੀ ਆਪਾਂ ਗੱਲ ਕਰਦੇ ਹਾਂ। ਇਸ ਦੇ ਲਈ ਆਪਾਂ ਇੱਕ ਨਵੀਂ ਇਮੇਜ ਕ੍ਰੀਏਟ ਕਰ ਲੈਂਦੇ ਹਾਂ, ਓਕੇ। ਸੋ ਮੈਂ ਪ੍ਰੀਸੈਟ ਤੋਂ ਹੀ ਦੁਬਾਰਾ ਕ੍ਰੀਏਟ ਕਰ ਰਿਹਾ ਹੈਗਾ ਐਂਡ ਆਫਟਰ ਦੈਟ
इस ਦੇ ਵਿੱਚ ਇੱਕ ਨਵੀਂ ਲੇਅਰ ਕ੍ਰੀਏਟ ਕਰ ਲੈਂਦੇ ਹਾਂ। ਸੋ ਲੇਅਰ 1 ਐਂਡ ਇਸ ਨੂੰ ਆਪਾਂ ਹਲਕਾ ਜਿਹਾ ਕੋਈ ਬੈਕਗਰਾਊਂਡ ਦੇਣਾ ਤਾਂ ਤੁਸੀਂ ਬੈਕਗਰਾਊਂਡ ਕਲਰ ਫਿਲ ਕਰ ਸਕਦੇ ਹੋ, ਅਦਰਵਾਈਜ਼ ਐਜ਼ ਸੱਚ ਦੇਰ ਇਜ਼ ਨੋ ਰਿਕੁਆਇਰਮੈਂਟ ਫॉर द ਟਾਈਮ ਬੀਇੰਗ। ਐਂਡ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ, ਅਸੀਂ ਇੱਥੇ ਜਾ ਕੇ ਇੱਕ ਵੈਬਸਾਈਟ ਓਪਨ ਕਰਨੀ ਹੈ, ਦੈਟ ਇਜ਼ ਅਨਸਪਲੈਸ਼। ਓਕੇ, ਸੋ ਇਹ ਵੈਬਸਾਈਟ ਹੈ ਜਿੱਥੋਂ ਤੁਸੀਂ ਫ੍ਰੀ ਇਮੇजेस ਡਾਊਨਲੋਡ ਕਰ ਸਕਦੇ ਹੋ ਤਾਂ ਕਿ ਤੁਸੀਂ ਉਹਨਾਂ ਦੇ ਉੱਪਰ ਕੰਮ ਕਰ ਸਕੋ, ਐਡੀਟਿੰਗ ਆਪਣੀ ਪ੍ਰੈਕਟਿਸ ਕਰ ਸਕੋ। ਓਕੇ, ਸੋ ਫॉर ਐਗਜ਼ਾਮਪਲ ਲੈਟਸ ਹੈਵ ਅ ਲੁੱਕ, ਕਿਹੜੀ ਇਮੇਜ ਆਪਾਂ ਇੱਥੋਂ ਯੂਜ਼ ਕਰ ਸਕਦੇ ਹਾਂ। ਸੋ ਲੈਟਸ ਸੇ ਆਹ ਵਾਲੀ ਇਮੇਜ ਆਪਾਂ ਕਾਪੀ ਕਰ ਲੈਂਦੇ ਹਾਂ। ਠੀਕ ਹੈ, ਸੋ ਇਸ ਨੂੰ ਡਾਊਨਲੋਡ ਕਰ ਲੈਂਦੇ ਹਾਂ, ਡਾਊਨਲੋਡ ਫॉर ਫ੍ਰੀ। ਸੋ ਇਹ ਮੇਰੇ ਕੋਲ ਡਾਊਨਲੋਡ ਹੋ ਚੁੱਕੀ ਹੈ ਐਂਡ ਇਸ ਨੂੰ ਫੋਲਡਰ ਦੇ ਵਿੱਚ ਮੈਂ ਸ਼ੋ ਕਰ ਰਿਹਾ ਰਾਈਟ ਨਾਓ। ਸੋ ਇਸ ਨੂੰ ਰਾਈਟ ਕਲਿੱਕ ਕਰਕੇ ਜਾਂ ਤੁਸੀਂ ਸਿੰਪਲ ਡਰੈਗ ਐਂਡ ਡਰੋਪ ਵੀ ਕਰ ਸਕਦੇ ਹੋ। ਇਸ ਨੂੰ ਡਰੈਗ ਐਂਡ ਡਰੋਪ ਕਰੋ ਤਾਂ ਤੁਹਾਡੇ ਕੋਲ ਇਹ ਫੋਟੋਗ੍ਰਾਫ ਇੱਥੇ ਡਰੈਗ ਐਂਡ ਡਰੋਪ ਹੋ ਜਾਏਗੀ। ਓਕੇ, ਸੋ ਨਾਓ ਜਸਟ ਅ ਸੈਕਿੰਡ। ਸੋ ਡਰੈਗ ਐਂਡ ਡਰੋਪ ਹੋ ਚੁੱਕੀ ਹੈ ਐਂਡ ਇਸ ਨੂੰ ਮੈਂ ਕੀ ਕਰ ਦਿੰਦਾ, ਓਕੇ ਕਰ ਦਿੰਦਾ ਵਿਦ ਦ ਹੈਲਪ ਆਫ ਐਂਟਰ। ਸੋ ਨਾਓ ਜੋ ਮੇਰੇ ਕੋਲ ਬੈਕਗਰਾਊਂਡ ਹੈ, ਉਸ ਦੀ ਡਾਇਮੈਂਸ਼ਨ ਤੁਸੀਂ ਦੇਖ ਸਕਦੇ ਹੋ ਇੱਥੇ ਡਾਇਮੈਂਸ਼ਨਸ ਕਿੱਦਾਂ ਦੀਆਂ ਨੇ। ਸੋ ਇਸ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਜੇ ਡਾਇਮੈਂਸ਼ਨਸ ਤੁਸੀਂ ਵਰਟੀਕਲੀ ਇਸ ਨੂੰ ਚੇਂਜ ਕਰਨਾ ਚਾਹੋ ਤਾਂ ਉਸ ਨੂੰ ਆਪਾਂ ਚੇਂਜ ਕਰ ਸਕਦੇ ਹਾਂ, ਦੈਟ ਕੈਨ ਬੀ ਚੇਂਜਡ। ਠੀਕ ਹੈ, ਸੋ ਜਸਟ ਅ ਸੈਕਿੰਡ। ਓਕੇ, ਸੋ ਕੁਛ ਇੱਦਾਂ ਦਾ ਚੇਂਜ ਕਰ ਸਕਦੇ ਹਾਂ ਆਪਾਂ। ਲੇਅਰ 1 ਨੂੰ ਤੁਸੀਂ ਡਿਲੀਟ ਕਰ ਦਿੰਦੇ ਹਾਂ ਕਿਉਂਕਿ ਲੇਅਰ 1 ਦਾ ਫਿਲਹਾਲ ਕੋਈ ਕੰਮ ਨਹੀਂ ਹੈ। ਐਂਡ ਉਸ ਤੋਂ ਬਾਅਦ ਫੋਟੋਗ੍ਰਾਫ ਹੈ ਸਾਡੀ, ਫੋਟੋਗ੍ਰਾਫ ਦਾ ਜ਼ਰੂਰ ਇੱਥੇ ਕੰਮ ਹੈ ਤਾਂ ਫੋਟੋਗ੍ਰਾਫ ਨੂੰ ਅਸੀਂ ਇੱਥੇ ਕੰਪਲੀਟ ਕਰ ਦਿੰਦੇ ਹਾਂ। ਅਗਰ ਸ਼ਿਫਟ ਪ੍ਰੈਸ ਕਰਕੇ ਰੱਖੋਗੇ ਤਾਂ ਤੁਸੀਂ ਸਿਰਫ ਹਾਈਟ ਨੂੰ ਕੰਟਰੋਲ ਕਰ ਰਹੇ ਹੋ ਤਾਂ ਹਾਈਟ ਕੰਟਰੋਲ ਹੋਏਗੀ, ਵਿਡਥ ਨੂੰ ਕੰਟਰੋਲ ਕਰ ਰਹੇ ਹੋ ਤਾਂ ਵਿਡਥ ਕੰਟਰੋਲ ਹੋਏਗੀ। ਅਗਰ ਤੁਸੀਂ ਸ਼ਿਫਟ ਨੂੰ ਪ੍ਰੈਸ ਨਹੀਂ ਕਰਦੇ ਤਾਂ ਦੋਨਾਂ ਸਾਈਡਸ 'ਚ ਪ੍ਰਪੋਰਸ਼ਨਲੀ ਉਹ ਟਰਾਂਸਫਾਰਮ ਹੋਏਗੀ। ਓਕੇ, ਸੋ ਦੈਟ ਇਜ਼ ਬੇਸਿਕਲੀ ਰੋਲ। ਟਰਾਂਸਫਾਰਮ ਕਰਨ ਦੇ ਲਈ ਕੀ ਕਰ ਸਕਦੇ ਹੋ, ਤੁਸੀਂ ਕੰਟਰੋਲ ਤੇ ਟੀ ਪ੍ਰੈਸ ਕਰ ਸਕਦੇ ਹੋ, ਉਹ ਟਰਾਂਸਫਾਰਮ ਕਰੇਗੀ। ਟਰਾਂਸਫਾਰਮ ਦਾ ਮਤਲਬ ਕੀ ਹੈ, ਤੁਸੀਂ ਉਸਦੀ ਹਾਈਟ ਹੈ, ਵਿਡਥ ਹੈ, ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਚੇਂਜ ਕਰ ਪਾਓਗੇ। ਨਾ ਇੱਥੇ ਆਪਾਂ ਹੋਰ ਇੱਕ ਚੀਜ਼ ਕੀ ਕਰ ਸਕਦੇ ਹਾਂ। ਸੋ ਇਹ ਇਮੇਜ ਆ ਗਈ ਹੈ ਆਪਣੇ ਕੋਲ। ਓਕੇ, ਨਾਓ ਮੈਂ ਇਸ ਇਮੇਜ ਦੇ ਵਿੱਚ ਇਸ ਪਰਸਨ ਨੂੰ ਬੇਸਿਕਲੀ ਮਤਲਬ ਇਸ ਪਰਸਨ ਨੂੰ ਪਰਟੀਕੂਲਰਲੀ ਇਸ ਪਰਸਨ ਨੂੰ ਮੈਂ ਕੀ ਕਰਨਾ ਚਾਹੁੰਦਾ ਗਾ, ਇੱਥੋਂ ਰਿਮੂਵ ਕਰਨਾ ਚਾਹੁੰਦਾ ਗਾ। ਠੀਕ ਹੈ ਨਾ, ਯਾਨੀ ਇਸ ਦੀ ਇੱਕ ਕਾਪੀ ਕ੍ਰੀਏਟ ਕਰਨੀ ਚਾਹੁੰਦਾ ਮੈਂ। ਸੋ ਉਹ ਮੈਂ ਕਿਸ ਟੂਲ ਦੇ ਨਾਲ ਕਰ ਸਕਦਾ, ਦੇਖੋ ਕਿਉਂਕਿ ਇਹ ਪਰਸਨ ਦੀ ਜੋ ਸ਼ੇਪ ਹੈ ਉਹ ਨਾ ਤਾਂ ਐਗਜ਼ੈਕਟਲੀ ਐਲਿਪਟੀਕਲ ਹੈ, ਨਾ ਸਰਕਲ ਹੈ, ਨਾ ਰੈਕਟੈਂਗਲ ਹੈ। ਸੋ ਇਸ ਕਰਕੇ ਮੈਨੂੰ ਐਗਜ਼ੈਕਟਲੀ ਇੱਦਾਂ ਮੈਰਕਿਊ ਟੂਲ ਦੀ ਹੈਲਪ ਦੇ ਨਾਲ ਤਾਂ ਨਹੀਂ ਕਰ ਪਾਊਂਗਾ। ਸੋ ਦੈਟਸ ਵਾਈ ਮੈਨੂੰ ਇੱਥੇ ਜ਼ਰੂਰਤ ਪਏਗੀ ਪੋਲੀਗਨ ਟੂਲ ਦੀ, ਲੈਸੋ ਟੂਲ ਦੀ। ਓਕੇ, ਹਾਂ, ਹਾਲਾਂਕਿ ਮੈਂ ਇਸ ਦੇ ਉੱਪਰ ਇੱਕ ਫਰੇਮ ਲਗਾਉਣਾ ਚਾਹਾਂ ਤਾਂ ਮੈਂ ਫਰੇਮ ਜ਼ਰੂਰ ਲਗਾ ਸਕਦਾ। ਠੀਕ ਹੈ, ਸੋ ਫਰੇਮ ਦੇ ਲਈ ਮੈਂ ਕੀ ਕਰ ਸਕਦਾ, ਫॉर ਐਗਜ਼ਾਮਪਲ ਇਲੈਪਟੀਕਲ ਟੂਲ ਮੈਂ ਇੱਥੇ ਯੂਜ਼ ਕੀਤਾ। ਸੋ ਮੈਂ ਇੰਨਾ ਕੁ ਦਾ ਫਰੇਮ ਬਣਾ ਲਿਆ। ਓਕੇ, ਨਾਓ ਹੁਣ ਮੈਂ ਕੀ ਕੀਤਾ, ਮੈਂ ਇਸ ਫੋਟੋ ਨੂੰ ਥੋੜ੍ਹਾ ਜਿਹਾ ਆਪਾਂ ਕ੍ਰੌਪ ਕਰ ਲੈਂਦੇ ਹਾਂ। ਸੋ ਕ੍ਰੌਪ ਟੂਲ ਦੀ ਹੈਲਪ ਦੇ ਨਾਲ ਇਸ ਨੂੰ ਥੋੜ੍ਹਾ ਜਿਹਾ ਕ੍ਰੌਪ ਕਰ ਲੈਂਦੇ ਹਾਂ ਕਿਉਂਕਿ ਸਾਈਜ਼ ਥੋੜ੍ਹਾ ਜ਼ਿਆਦਾ ਵੱਡਾ ਹੈ। ਓਕੇ, ਸੋ ਇੰਨੀ ਕੁ ਬਹੁਤ ਹੈ ਆਪਣੇ ਕੋਲ। ਠੀਕ ਹੈ, ਨਾਓ ਇੱਥੇ ਆਪਾਂ ਐਲਿਪਟੀਕਲ ਪਾਥ ਚੂਜ਼ ਕੀਤਾ ਸੀ। ਐਲਿਪਟੀਕਲ ਪਾਥ ਦੇ ਨਾਲ ਆਪਾਂ ਕੀ ਕਰਾਂਗੇ, ਇੱਥੇ ਇੰਨਾ ਕੁ ਆਪਾਂ ਐਲਿਪਸ ਬਣਾ ਲਾਂਗੇ। ਓਕੇ, ਥੋੜ੍ਹਾ ਜਿਹਾ ਹੋਰ ਐਕਸਟੈਂਡ ਕਰ ਸਕਦੇ ਹਾਂ ਅਗਰ ਐਲਿਪਸ ਨੂੰ ਕਰਨਾ ਚਾਹੋ। ਸੋ ਜਸਟ ਬਿਟ। ਓਕੇ, ਜਾਂ ਦੁਬਾਰਾ ਹੀ ਆਪਾਂ ਕ੍ਰੀਏਟ ਕਰ ਲੈਂਦੇ ਹਾਂ। ਸੋ ਇੰਨਾ ਕੁ ਸਫੀਸ਼ੈਂਟ ਹੈ। ਨਾਓ ਰਾਈਟ ਕਲਿੱਕ ਕਰੋਗੇ ਤਾਂ ਇਸ ਦੇ ਵਿੱਚ ਆਪਣੇ ਕੋਲ ਕੀ ਹੋਏਗਾ, ਇੱਥੋਂ ਤੁਸੀਂ ਜੋ ਸਿਲੈਕਸ਼ਨ ਹੈ ਉਹ ਇਨਵਰਸ ਸਿਲੈਕਟ ਕਰ ਸਕਦੇ ਹੋ। ਸਿਲੈਕਟ ਇਨਵਰਸ ਦੀ ਪ੍ਰੋਪਰਟੀ ਐਂਡ ਉਸ ਤੋਂ ਬਾਅਦ ਤੁਸੀਂ ਅਗਰ ਇੱਥੇ ਕੋਈ ਕਲਰ ਫਿਲ ਕਰਨਾ ਚਾਹੋ, ਸੋ ਫॉर ਐਗਜ਼ਾਮਪਲ ਬਲੈਕ ਕਲਰ ਫਿਲ ਕਰ ਸਕਦੇ ਹਾਂ ਆਪਾਂ। ਬਲੈਕ ਕਲਰ ਇੱਥੇ ਫਿਲ ਕਰ ਲੈਂਦੇ ਹਾਂ। ਠੀਕ ਹੈ, ਫੈਦਰ ਇਫੈਕਟ ਦੇਣਾ ਚਾਹੋ ਤਾਂ ਥੋੜ੍ਹਾ ਜਿਹਾ ਫੈਦਰ ਦੇ ਸਕਦੇ ਹੋ। ਸੋ ਫॉर ਐਗਜ਼ਾਮਪਲ let's say give it as 100 pixel feather। okay, ਹੁਣ ਤੁਸੀਂ ਇੱਥੇ ਅਗਰ ਇਸ ਨੂੰ ਫਿਲ ਕਰਦੇ ਹੋ let's say with the help of this color, so this was the selection and after that select inverse feather and okay, and then select inverse
ਓਕੇ। ਸੋ ਨਾਓ ਇਸ ਦੇ ਵਿੱਚ ਅਗਰ ਆਪਾਂ ਕਲਰ ਫਿਲ ਕਰਦੇ ਹਾਂ, ਸੋ ਕਲਰ ਦੇ ਲਈ ਸੋ ਆਪਾਂ ਨੂੰ ਇੱਕ ਇੱਥੇ ਲੇਅਰ ਕ੍ਰੀਏਟ ਕਰਨੀ ਪਊਗੀ, ਇੱਕ ਸੈਪਰੇਟ ਲੇਅਰ। ਸੋ ਉਸ ਲੇਅਰ ਦੇ ਵਿੱਚ ਆਪਾਂ ਕੰਮ ਕਰਾਂਗੇ, ਕਿਉਂਕਿ ਆਪਾਂ ਬੈਕਗਰਾਊਂਡ ਦੇ ਉੱਪਰ ਨਹੀਂ ਕੰਮ ਕਰਨਾ ਚਾਹੁੰਦੇ, ਠੀਕ ਹੈ। ਜਿਹੜੀ ਫੋਟੋ ਹੈ ਉਸ ਦੇ ਉੱਤੇ ਕੰਮ ਨਹੀਂ ਕਰਨਾ ਚਾਹੁੰਦੇ। ਸੋ ਦੈਨ ਓਕੇ ਐਂਡ ਇਨਵਰਸ। ਓਕੇ, ਸੋ ਇੱਥੇ ਦੇਖੋਗੇ ਹਲਕਾ ਜਿਹਾ ਇੱਕ ਇਫੈਕਟ ਕ੍ਰੀਏਟ ਹੋ ਚੁੱਕਿਆ ਆਪਣੇ ਕੋਲ, ਠੀਕ ਹੈ ਨਾ। ਸੋ ਦੂਸਰਾ ਕਲਰ ਲਗਾਉਣਾ ਤਾਂ ਤੁਸੀਂ ਦੂਸਰਾ ਕਲਰ ਲਗਾ ਸਕਦੇ ਹੋ। ਸੋ ਦਿਸ ਲੁਕਸ ਰੀਅਲੀ ਔਸਮ, ਠੀਕ ਹੈ ਨਾ। ਪਹਿਲਾ ਤੁਹਾਡਾ ਐਡਿਟ ਆ ਗਿਆ, ਤੁਹਾਡਾ ਪਹਿਲਾ ਜੋ ਫੋਟੋਗ੍ਰਾਫੀ ਹੈ, ਫੋਟੋਗ੍ਰਾਫਿਕ ਐਡਿਟ ਹੈ, ਉਹ ਤੁਸੀਂ ਇੱਦਾਂ ਕਰ ਸਕਦੇ ਹੋ, ਠੀਕ ਹੈ। ਆਪਣੀ ਫੋਟੋਗ੍ਰਾਫਸ ਦੇ ਉੱਪਰ ਕਰ ਸਕਦੇ ਹੋ। ਨਾਓ ਦ ਨੈਕਸਟ ਥਿੰਗ ਇਜ਼ ਲੈਸੋ ਟੂਲ, ਠੀਕ ਹੈ ਨਾ। ਸੋ ਲੈਸੋ ਟੂਲ ਦਾ ਰੋਲ ਕੀ ਹੈ ਇੱਥੇ? ਸੋ ਲੈਸੋ ਟੂਲ ਦਾ ਦੇਖੋ ਜੀ ਦੋ ਟੂਲਸ ਹੁੰਦੇ ਨੇ ਬੇਸਿਕਲੀ, ਖਾਸ ਗੱਲ ਕਰੀਏ ਤਾਂ ਤਿੰਨ ਟੂਲ ਨੇ ਰਾਦਰ। ਇੱਕ ਜਿਹੜਾ ਲੈਸੋ ਟੂਲ ਹੈ, ਦ ਲੈਸੋ ਟੂਲ ਇਜ਼ ਦ ਫ੍ਰੀ ਹੈਂਡ ਸਿਲੈਕਸ਼ਨ। ਤੁਸੀਂ ਮਾਊਸ ਦੇ ਕਰਸਰ ਨੂੰ ਜਿੱਦਾਂ ਜਿੱਦਾਂ ਮੂਵ ਕਰ ਰਹੇ ਹੋ ਤਾਂ ਉੱਦਾਂ ਤੁਹਾਡੇ ਕੋਲ ਸਿਲੈਕਸ਼ਨ ਹੋ ਜਾਂਦੀ ਹੈ। ਐਂਡ ਜਦੋਂ ਸਟਾਰਟਿੰਗ ਪੁਆਇੰਟ ਅਤੇ ਐਂਡਿੰਗ ਪੁਆਇੰਟ ਨੂੰ ਆ ਕੇ ਤੁਸੀਂ ਮਿਲਾ ਦਿੰਦੇ ਹੋ, ਠੀਕ ਹੈ, ਤਾਂ ਤੁਹਾਡੇ ਕੋਲ ਪੂਰੀ ਉਹ ਸ਼ੇਪ ਬਣ ਜਾਂਦੀ ਹੈ। ਦੈਟ ਇਜ਼ ਫ੍ਰੀ ਹੈਂਡ ਸਿਲੈਕਸ਼ਨ। ਓਕੇ, ਡੀ ਸਿਲੈਕਟ ਉੱਦਾਂ ਹੀ ਕਰਨਾ ਹੈ ਕੰਟਰੋਲ ਅਤੇ ਡੀ ਦੇ ਨਾਲ। ਐਂਡ ਉਸ ਤੋਂ ਬਾਅਦ ਜੇ ਅਗਰ ਮੈਂ ਕਹਾਂ ਕਿ ਮੈਂ ਫ੍ਰੀ ਹੈਂਡ ਨਹੀਂ ਕਰਨਾ, ਮੈਂ ਕੁਛ ਪੋਲੀਗਨਸ ਬਣਾਉਣੇ ਨੇ, ਕਲੋਜ਼ਲੀ ਪੋਲੀਗਨਸ ਬਣਾਉਣੇ ਨੇ, ਫੋਰ ਐਗਜ਼ਾਮਪਲ ਲਾਈਕ ਦਿਸ, ਠੀਕ ਹੈ ਨਾ। ਤੁਸੀਂ ਇੱਦਾਂ ਇਹਨੂੰ ਕਹਿ ਸਕਦੇ ਹੋ, ਕੁਛ ਇੱਦਾਂ ਤੁਸੀਂ ਮੂਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਪੋਲੀਗਨ ਬਣਾ ਸਕਦੇ ਹੋ। ਸੋ ਉੱਦਾਂ ਦੇ ਪੋਲੀਗਨਸ ਬਣ ਜਾਂਦੇ ਨੇ। ਓਕੇ, ਐਂਡ ਉਸ ਤੋਂ ਬਾਅਦ ਅਗਰ ਤੁਸੀਂ ਇਸ ਦੇ ਉੱਤੇ ਕੰਮ ਕਰ ਰਹੇ ਹੋ ਅਤੇ ਇਹ ਤੁਹਾਡੇ ਕੋਲੋਂ ਤੁਸੀਂ ਇਸ ਤੋਂ ਮਤਲਬ ਇਹ ਕਹਿ ਲਓ ਕਿ ਇਸ ਨੂੰ ਤੁਸੀਂ ਬੰਦ ਕਰਨਾ ਚਾਹੁੰਦੇ ਹੋ ਟੂਲ ਨੂੰ, ਤਾਂ ਤੁਸੀਂ ਐਸਕੇਪ ਦੱਬ ਸਕਦੇ ਹੋ। ਸਿੰਪਲੀ ਯੂ ਕੈਨ ਪ੍ਰੈਸ ਦ ਐਸਕੇਪ ਬਟਨ ਪ੍ਰੈਸ ਕਰ ਸਕਦੇ ਹੋ। ਐਂਡ ਅਗਰ ਸਿਲੈਕਸ਼ਨ ਕਰਦੇ ਹੋਏ ਕਿਤੇ ਤੁਹਾਡੇ ਕੋਲ ਗਲਤ ਸਿਲੈਕਸ਼ਨ ਹੋ ਜਾਂਦੀ ਹੈ, ਠੀਕ ਹੈ। ਸੋ ਫੋਰ ਐਗਜ਼ਾਮਪਲ ਲਾਈਕ ਦਿਸ, ਅਗਰ ਇੱਦਾਂ ਦੀ ਕੋਈ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਤੁਸੀਂ ਉਸ 'ਤੇ ਡਿਲੀਟ ਪ੍ਰੈਸ ਕਰ ਸਕਦੇ ਹੋ, ਵਾਪਸ ਸਾਰੀਆਂ ਸਿਲੈਕਸ਼ਨਸ ਰੋਲ ਬੈਕ ਹੋ ਜਾਣਗੀਆਂ, ਠੀਕ ਹੈ। ਨਾਓ ਇਸ ਪਰਸਨ ਨੂੰ ਆਪਾਂ ਸਿਲੈਕਟ ਕਰਦੇ ਹਾਂ। ਸੋ ਉਸ ਨੂੰ ਸਿਲੈਕਟ ਕਰਨ ਦੇ ਲਈ ਕੀ ਕਰਾਂਗਾ, ਮੈਂ ਸ਼ਾਰਟਕਟ ਯੂਜ਼ ਕਰਾਂਗਾ ਕੁਛ। ਫੋਰ ਐਗਜ਼ਾਮਪਲ ਇਸ ਨੂੰ ਮੈਂ ਜ਼ੂਮ ਕਰਨਾ ਹੈ ਤਾਂ ਮੈਂ ਸਪੇਸ ਅਤੇ ਕੰਟਰੋਲ ਅਗਰ ਮੈਂ ਕਰੂੰਗਾ ਤਾਂ ਮੈਂ ਉਸ ਤੋਂ ਬਾਅਦ ਇਸ ਨੂੰ ਮਾਊਸ ਦੀ ਜੋ ਲੈਫਟ ਕਲਿੱਕ ਹੈ, ਮੈਂ ਉਸ ਨੂੰ ਲੈਫਟ ਕਲਿੱਕ ਕਰੂੰਗਾ ਤਾਂ ਮੇਰੇ ਕੋਲ ਜ਼ੂਮ ਹੋ ਜਾਏਗਾ। ਓਕੇ, ਸੋ ਇਮੇਜ ਮੇਰੇ ਕੋਲ ਹੈ ਜ਼ੂਮ ਹੋਣ ਲੱਗ ਗਈ। ਐਂਡ ਉਸ ਤੋਂ ਬਾਅਦ ਫਿਰ ਮੈਂ ਇਸ ਨੂੰ ਕੀ ਕਰ ਸਕਦਾ, ਇੱਥੋਂ ਜੋ ਹੈ ਮੇਰੀ ਸਿਲੈਕਸ਼ਨ ਮੈਂ ਇਸ ਨੂੰ ਬਣਾ ਸਕਦਾ, ਠੀਕ ਹੈ। ਸੋ ਜਿੰਨਾ ਜਿੰਨਾ ਮੈਨੂੰ ਹਿੱਸਾ ਚਾਹੀਦਾ ਮੈਂ ਉਹ ਕੀ ਕਰ ਸਕਦਾ, ਮੈਂ ਉਸ ਨੂੰ ਬਾਰ-ਬਾਰ ਮੈਂ ਉਸ ਸ਼ੇਪ 'ਤੇ ਜਾਈ ਜਾਊਂਗਾ ਅਤੇ ਮੈਂ ਕਲਿੱਕ ਕਰੀ ਜਾਊਂਗਾ ਨਾਲ ਨਾਲ। ਸੋ ਮੈਂ ਆਪਣੇ ਮਾਊਸ ਦੀ ਜੋ ਲੈਫਟ ਕਲਿੱਕ ਹੈ ਉਸ ਨੂੰ ਕਰ ਰਿਹਾ ਗਾ ਕਲਿੱਕ। ਐਂਡ ਉਸ ਤੋਂ ਬਾਅਦ ਜਿੰਨਾ ਤੁਸੀਂ ਇਹਨੂੰ ਬਰੀਕ ਬਣਾਓਗੇ, ਜਿੰਨਾ ਤੁਸੀਂ ਇਸ ਨੂੰ ਨੈਰੋ ਰੱਖੋਗੇ, ਠੀਕ ਹੈ, ਓਨਾ ਹੀ ਹੋ ਜਾਏਗਾ। ਜੇ ਕਿਤੇ ਗਲਤ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਘਬਰਾਉਣ ਦੀ ਲੋੜ ਨਹੀਂ। ਸ਼ਿਫਟ ਦੱਬ ਕੇ ਦੁਬਾਰਾ ਸਿਲੈਕਸ਼ਨ ਸਟਾਰਟ ਕਰ ਲਓ। ਸ਼ਿਫਟ ਦੱਬ ਕੇ ਅਗਰ ਸਿਲੈਕਸ਼ਨ ਤੁਸੀਂ ਦੁਬਾਰਾ ਸਟਾਰਟ ਕਰੋਗੇ ਤਾਂ ਆਟੋਮੈਟਿਕਲੀ ਜੋ ਤੁਹਾਡੀ ਪ੍ਰੀਵੀਅਸ ਸਿਲੈਕਸ਼ਨ ਸੀ, ਠੀਕ ਹੈ, ਉਸੇ ਦੇ ਵਿੱਚ ਹੀ ਚੀਜ਼ਾਂ ਕੀ ਹੋ ਜਾਣਗੀਆਂ, ਐਡ ਹੋ ਜਾਣਗੀਆਂ। ਓਕੇ, ਸੋ ਆਪਾਂ ਇਸ ਟਿਊਟੋਰੀਅਲ ਦੇ ਲਈ ਇਸ ਨੂੰ ਥੋੜ੍ਹਾ ਜਿਹਾ ਹੀ ਸਿਲੈਕਟ ਕਰਾਂਗੇ। ਸੋ ਫੋਰ ਐਗਜ਼ਾਮਪਲ ਅਗਰ ਇਹ ਚੀਜ਼ਾਂ ਸਿਲੈਕਟ ਹੋ ਚੁੱਕੀਆਂ ਨੇ ਤਾਂ ਤੁਸੀਂ ਇੱਥੋਂ ਕੀ ਕਰ ਸਕਦੇ ਹੋ, ਇਸ ਨੂੰ ਦੁਬਾਰਾ ਵੀ ਕਰ ਸਕਦੇ ਹੋ, ਠੀਕ ਹੈ। ਕੋਈ ਇੱਦਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਇਸ ਤੋਂ ਬਾਅਦ ਇੱਥੋਂ ਆਪਾਂ ਕੀ ਕੀਤਾ, ਦੁਬਾਰਾ ਸਟਾਰਟ ਕੀਤਾ, ਠੀਕ ਹੈ। ਜਸਟ ਅ ਸੈਕਿੰਡ। ਸੋ ਇੱਥੋਂ ਮੈਂ ਇਸ ਨੂੰ ਦੁਬਾਰਾ ਸਿਲੈਕਟ ਕਰ ਰਿਹਾ ਐਂਡ ਸੋ ਇੰਨਾ ਪੋਰਸ਼ਨ ਮੇਰੇ ਕੋਲ ਸਿਲੈਕਟ ਹੋ ਚੁੱਕਿਆ। ਸੋ ਮੈਂ ਇੱਥੋਂ ਵਨਸ ਅਗੇਨ ਮੈਂ ਇੱਥੋਂ ਸਿਲੈਕਟ ਕਰ ਸਕਦਾ। ਇਮੇਜਿਸ ਹਮੇਸ਼ਾ ਤੁਸੀਂ ਹਾਈ ਰੈਜ਼ੋਲਿਊਸ਼ਨ ਦੀਆਂ ਯੂਜ਼ ਕਰਿਆ ਕਰੋ, ਉੱਥੇ ਤੁਹਾਨੂੰ ਇੱਦਾਂ ਦੀ ਦਿੱਕਤ ਨਹੀਂ ਆਣੀ। ਇਹ ਤੁਹਾਨੂੰ ਦਿੱਕਤ ਤਾਂ ਕਰਕੇ ਆ ਰਹੀ ਹੈ ਕਿਉਂਕਿ ਪਿਕਸਲਸ ਬਹੁਤ ਕਲੋਜ਼ਲੀ ਲਾਈ ਕਰ ਰਹੇ ਨੇ, ਇਸ ਕਰਕੇ ਉਹ ਪਿਕਸਲਸ ਨੂੰ ਉਨਾ ਕੁ ਆਈਡੈਂਟੀਫਾਈ ਕਰਕੇ ਆਪਣੇ ਆਪ ਹੀ ਸਿਲੈਕਸ਼ਨ ਬਣਾ ਰਹੇ ਆ, ਠੀਕ ਹੈ ਨਾ। ਸੋ ਉੱਥੇ ਤੁਹਾਨੂੰ ਇੱਦਾਂ ਦੀ ਕੋਈ ਦਿੱਕਤ ਨਹੀਂ ਆਏਗੀ। ਓਕੇ, ਸੋ ਆਹ ਸਿਲੈਕਸ਼ਨ ਹੋ ਚੁੱਕੀ ਹੈ ਆਪਣੇ ਕੋਲ। ਹੁਣ ਆਹ ਵਾਲੀ ਜਿਹੜੀ ਸਿਲੈਕਸ਼ਨ ਸੀ ਆਪਾਂ ਇਸ ਨੂੰ ਵੀ ਠੀਕ ਕਰ ਲੈਂਦੇ ਹਾਂ ਥੋੜ੍ਹਾ ਜਿਹਾ। ਓਕੇ, ਐਂਡ ਆਫਟਰ ਦੈਟ ਦਿਸ, ਸੋ ਇਹ ਸਿਲੈਕਸ਼ਨ ਹੋ ਚੁੱਕੀ ਹੈ ਆਪਣੇ ਕੋਲ। ਐਂਡ ਆਹ ਵਾਲੀ ਰਹਿ ਗਈ ਆਪਣੇ ਕੋਲ, ਇੰਨਾ ਪੋਰਸ਼ਨ ਰਹਿ ਚੁੱਕਿਆ।
ਤੁਸੀਂ ਕਿਤੇ ਵੀ ਸਿਲੈਕਟ ਕਰ ਸਕਦੇ ਹੋ, ਕੋਈ ਇੱਦਾਂ ਮਤਲਬ ਦਿੱਕਤ ਵਾਲੀ ਗੱਲ ਨਹੀਂ ਹੈ। ਹੁਣ ਮੈਂ ਆਹ ਵਾਲਾ ਪੋਰਸ਼ਨ ਮਾਈਨਸ ਕਰਨਾ ਚਾਹੁੰਦਾ ਤਾਂ ਮੈਂ ਇਸ ਨੂੰ ਐਲਟ ਯੂਜ਼ ਕਰਕੇ ਮੈਂ ਇਸ ਨੂੰ ਕੀ ਕਰ ਸਕਦਾ, ਸਬਟਰੈਕਟ ਕਰ ਸਕਦਾ ਜਿੰਨਾ ਕੁ ਪੋਰਸ਼ਨ ਮੈਨੂੰ ਇੱਥੋਂ ਨਹੀਂ ਚਾਹੀਦਾ। ਓਕੇ, ਸੋ ਇਹ ਮੇਰਾ ਪੋਰਸ਼ਨ ਕੀ ਹੋ ਗਿਆ, ਸਬਟਰੈਕਟ ਹੋ ਗਿਆ। ਉਸ ਤੋਂ ਬਾਅਦ Z ਪ੍ਰੈਸ ਕਰਕੇ ਐਂਡ ਐਲਟ ਪ੍ਰੈਸ ਕਰਕੇ ਤੁਸੀਂ ਕਲਿੱਕ ਕਰੋਗੇ ਤਾਂ ਜ਼ੂਮ ਆਊਟ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਇਸ ਫੇਸ ਨੂੰ ਕਾਪੀ ਕਰੋ ਕੰਟਰੋਲ C ਦੇ ਨਾਲ ਐਂਡ ਕੰਟਰੋਲ V ਦੇ ਨਾਲ ਇਸ ਨੂੰ ਪੇਸਟ ਕਰ ਦਿਓ, ਠੀਕ ਹੈ। ਸੋ ਆਟੋਮੈਟਿਕਲੀ ਕੀ ਹੋ ਗਿਆ ਆਪਣੇ ਕੋਲ, ਇਹ ਜੋ ਫੇਸ ਹੈ ਉਹ ਹੋਰ ਨਿਕਲ ਕੇ ਆ ਗਿਆ। ਉੱਪਰ ਜਾਓ ਮੂਵ ਟੂਲ ਦੇ ਉੱਪਰ, ਮੂਵ ਟੂਲ 'ਤੇ ਜਾਓਗੇ ਤਾਂ ਇੱਥੇ ਰਾਈਟ ਕਲਿੱਕ ਕਰੋਗੇ ਤਾਂ ਦੇਖੋ ਕਿਹੜੀ ਲੇਅਰ ਬਣ ਗਈ, ਹੁਣ ਨਵੀਂ ਲੇਅਰ 2 ਬਣੀ ਆ। ਸੋ ਓਬਵੀਅਸਲੀ ਲੇਅਰ 2 ਵਾਲਾ ਹਿੱਸਾ ਹੋਏਗਾ। ਹੁਣ ਤੁਸੀਂ ਇੱਥੇ ਦੇਖੋਗੇ ਜਿਹੜਾ ਇਹ ਹਿੱਸਾ ਹੈਗਾ ਇਹ ਮੇਰੇ ਕੋਲ ਇੱਕ ਸ਼ੈਡੋ ਹੀ ਨਿਕਲ ਕੇ ਆਈ ਹੈ, ਠੀਕ ਹੈ, ਮੇਰੇ ਕੋਲ ਐਕਚੁਅਲ ਬੰਦਾ ਨਹੀਂ ਆਇਆ, ਠੀਕ ਹੈ ਨਾ। ਸੋ ਕਾਰਨ ਕੀ ਹੋਇਆ, ਕਾਰਨ ਇਹ ਹੋਇਆ ਕਿ ਜਦੋਂ ਮੈਂ ਸਿਲੈਕਸ਼ਨ ਕਰ ਰਿਹਾ ਸੀ ਮੇਰੀ ਲੇਅਰ ਕਿਹੜੀ ਸਿਲੈਕਟ ਸੀ, ਲੇਅਰ ਨੰਬਰ 1 ਸਿਲੈਕਟਡ ਸੀ। ਸੋ ਇਸ ਕਰਕੇ ਉਸਨੇ ਜੋ ਲੇਅਰ ਨੰਬਰ 1 ਦੇ ਉੱਪਰ ਇਫੈਕਟ ਆਇਆ ਹੋਇਆ ਸੀ ਉਸੇ ਦੀ ਜੋ ਸਿਲੈਕਸ਼ਨ ਦੇ ਵਿੱਚ ਨਿਕਲ ਕੇ ਆਇਆ, ਜੋ ਐਕਚੁਅਲੀ ਜੋ ਫੈਦਰ ਇਫੈਕਟ ਨਿਕਲ ਕੇ ਆਇਆ ਸੀ ਉਹੀ ਚੀਜ਼ ਕਾਪੀ ਹੋ ਗਈ ਹੈ। ਹੁਣ ਅਸੀਂ ਫੋਟੋ ਦੇ ਉੱਤੇ ਜਾਣਾ ਤਾਂ ਕੀ ਕਰਾਂਗੇ, ਕੰਟਰੋਲ Z ਕਰਕੇ ਪਹਿਲਾਂ ਇਸ ਨੂੰ ਰੋਲ ਬੈਕ ਕਰ ਲਓ, ਠੀਕ ਹੈ। ਉਸ ਤੋਂ ਬਾਅਦ ਅਗੇਨ ਕੰਟਰੋਲ ਐਲਟ ਐਂਡ Z ਅੰਡੂ ਕਰ ਲਓ, ਠੀਕ ਹੈ ਨਾ। ਸੋ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ, ਇਸ ਦੇ ਵਿੱਚ ਜੋ ਸਿਲੈਕਸ਼ਨ ਸੀ ਹੁਣ ਤੁਸੀਂ ਇੱਥੇ ਲੇਅਰ ਦੇ ਉੱਪਰ ਕਲਿੱਕ ਕਰ ਲਓ, ਫੋਟੋ ਵਾਲੀ ਲੇਅਰ ਦੇ ਉੱਪਰ। ਹੁਣ ਤੁਸੀਂ ਦੁਬਾਰਾ ਕਾਪੀ ਕਰੋ ਤੇ ਦੁਬਾਰਾ ਪੇਸਟ ਕਰੋ, ਠੀਕ ਹੈ। ਸੋ ਲੇਅਰ 2 ਆ ਗਈ ਆਪਣੇ ਕੋਲ ਦੁਬਾਰਾ ਐਂਡ ਅਗੇਨ ਲੇਅਰ 2 ਦੇ ਉੱਪਰ ਜਾ ਕੇ ਇੱਥੇ ਜਾ ਕੇ ਲੇਅਰ 2 ਤੋਂ ਸਿਲੈਕਟ ਕਰ ਲਓ ਐਂਡ ਤੁਸੀਂ ਇਸ ਨੂੰ ਜਦੋਂ ਜਸਟ ਅ ਸੈਕਿੰਡ ਇਸ ਦੇ ਉੱਪਰ ਜਾ ਕੇ ਲੇਅਰ 2 ਸਿਲੈਕਟ ਕਰ ਲਓ ਐਂਡ ਸੋ ਇਸ ਨੂੰ ਅਗਰ ਮੂਵ ਕਰੋਗੇ ਐਰੋ ਦੇ ਨਾਲ ਵੀ ਮੈਂ ਮੂਵ ਕਰ ਰਿਹਾ ਤਾਂ ਤੁਸੀਂ ਐਰੋ ਦੇ ਨਾਲ ਵੀ ਇਸ ਨੂੰ ਮੂਵ ਕਰ ਸਕਦੇ ਹੋ। ਸੋ ਇਹ ਦੇਖੋ ਆਪਣੇ ਕੋਲ ਇੱਥੇ ਇਹ ਕੀ ਹੈ, ਇੰਨਾ ਕੁ ਆਪਣੇ ਕੋਲ ਜੋ ਹੈ ਪੋਰਸ਼ਨ ਆਪਾਂ ਨਿਕਲ ਕੇ ਆ ਗਿਆ ਹੈ, ਠੀਕ ਹੈ। ਸੋ ਇਹ ਆਪਣੇ ਕੋਲ ਕੀ ਹੈ, ਇਹ ਸੈਪਰੇਟ ਹੋ ਚੁੱਕਿਆ ਹੈ ਪੋਰਸ਼ਨ, ਕਿਉਂਕਿ ਅਸੀਂ ਰੈਕਟੈਂਗਲ ਜਾਂ ਅਸੀਂ ਇਲਿਪਟੀਕਲ ਜਾਂ ਸਰਕਲ ਸਿਲੈਕਸ਼ਨ ਨਹੀਂ ਕਰ ਸਕਦੇ ਸੀ, ਸਾਡੀ ਉੱਦਾਂ ਦੀ ਸਿਲੈਕਸ਼ਨ ਦੇ ਨਾਲ ਸਾਡਾ ਕੰਮ ਨਹੀਂ ਹੋਣਾ ਸੀ। ਤਾਂ ਉਸ ਕਰਕੇ ਅਸੀਂ ਯੂਜ਼ ਕੀਤਾ ਲੈਸੋ ਟੂਲ, ਜਿਸ ਦੇ ਵਿੱਚੋਂ ਵੀ ਅਸੀਂ ਕਿਹੜਾ ਟੂਲ ਯੂਜ਼ ਕੀਤਾ, ਲੈਸੋ, ਦੈਟ ਇਜ਼ ਦਾ ਲੈਸੋ ਪੋਲੀਗਨ ਟੂਲ, ਠੀਕ ਹੈ ਨਾ। ਸੋ ਅਲੱਗ-ਅਲੱਗ ਤਿੰਨ ਤਰ੍ਹਾਂ ਦੇ ਟੂਲ ਨੇ। ਲੈਸੋ ਟੂਲ ਹੈ ਜੋ ਉਹ ਬਹੁਤ ਫ੍ਰੀ ਹੈਂਡ ਹੈ, ਤੁਸੀਂ ਉਸ ਨੂੰ ਬਹੁਤ ਫ੍ਰੀ ਹੈਂਡ ਡਿਜ਼ਾਈਨ ਕਰ ਸਕਦੇ ਹੋ, ਠੀਕ ਹੈ ਨਾ। ਸੋ ਬਹੁਤ ਫ੍ਰੀ ਹੈਂਡ ਲਈ ਯੂਜ਼ ਹੁੰਦਾ। ਉਸ ਨੂੰ ਵੀ ਤੁਸੀਂ ਬੇਸਿਕਲੀ ਇੱਦਾਂ ਯੂਜ਼ ਕਰ ਸਕਦੇ ਹੋ ਜਿਵੇਂ ਅਗਰ ਤੁਸੀਂ ਇੱਦਾਂ ਦੀ ਕੋਈ ਰਫ ਜੀ ਲੇਆਊਟ ਲੈਣੀ ਹੈ ਇਸ ਪਰਸਨ ਦੀ, ਫੋਰ ਐਗਜ਼ਾਮਪਲ ਮੈਂ ਆ ਜਸਟ ਸਿੰਪਲ ਜੀ ਸਿਲੈਕਸ਼ਨ ਕਰ ਰਿਹਾ ਗਾ, ਠੀਕ ਹੈ। ਸੋ ਇਸ ਪਰਸਨ ਦੀ ਮੈਂ ਇੰਨੀ ਕੁ ਸਿਲੈਕਸ਼ਨ ਕੀਤੀ ਹੈ ਐਂਡ ਉਸ ਤੋਂ ਬਾਅਦ ਮੈਂ ਇਸ ਨੂੰ ਕੀ ਕੀਤਾ, ਜੋ ਮੇਰਾ ਸਟਾਰਟਿੰਗ ਵਾਲਾ ਪੁਆਇੰਟ ਸੀ ਮੈਂ ਉੱਥੇ ਜੁਆਇਨ ਕਰਤਾ। ਹੁਣ ਮੈਂ ਕੀ ਕਰੂੰਗਾ, ਮੈਂ ਅਗੇਨ ਇਸ ਫੋਟੋ ਦੇ ਉੱਤੇ ਕਲਿੱਕ ਕਰੂੰਗਾ, ਇਸ ਫੋਟੋ ਵਾਲੀ ਲੇਅਰ ਦੇ ਉੱਪਰ ਕਲਿੱਕ ਕਰੂੰਗਾ ਐਂਡ ਇਸ ਤੋਂ ਬਾਅਦ ਇਸ ਨੂੰ ਕਾਪੀ ਕਰੂੰਗਾ, ਅਗੇਨ ਇਸ ਨੂੰ ਕੀ ਕਰੂੰਗਾ, ਪੇਸਟ ਕਰੂੰਗਾ ਐਂਡ ਉਸ ਤੋਂ ਬਾਅਦ V ਟੂਲ ਨੂੰ ਸਿਲੈਕਟ ਕਰੂੰਗਾ, ਮੂਵ ਟੂਲ ਨੂੰ ਸਿਲੈਕਟ ਕਰੂੰਗਾ ਐਂਡ ਉਸ ਤੋਂ ਬਾਅਦ ਅਗੇਨ ਮੈਂ ਇਸ ਨੂੰ ਕੀ ਕਰੂੰਗਾ, ਮੂਵ ਕਰੂੰਗਾ ਤਾਂ ਦੇਖੋ ਮੇਰੇ ਕੋਲ ਇੱਥੇ ਇੱਕ ਲੇਅਰ ਨਿਕਲ ਕੇ ਆ ਚੁੱਕੀ ਹੈ, ਠੀਕ ਹੈ। ਇਸ ਦੀਆਂ ਸਾਈਡਸ ਜਿਹੜੀਆਂ ਹੈਗੀਆਂ ਨੇ, ਇਸ ਪਰਟੀਕੂਲਰ ਲੇਅਰ ਦੀਆਂ ਜੋ ਸਾਈਡਸ ਨੇ, ਠੀਕ ਹੈ ਨਾ। ਸੋ ਇਸ ਪਰਟੀਕੂਲਰ ਲੇਅਰ ਦੀਆਂ ਜੋ ਸਾਈਡਸ ਨੇ ਉਹਨਾਂ ਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ, ਠੀਕ ਹੈ। ਸੋ ਆ ਦੇਖੋ ਇਸ ਦੀ ਸਾਈਡ ਦੇ ਉੱਪਰ ਹਲਕਾ ਜਿਹਾ ਗ੍ਰੇ ਕਲਰ ਹਜੇ ਵੀ ਹੈ, ਉਸ ਨੂੰ ਆਪਾਂ ਇਰੇਜ਼ ਕਰ ਸਕਦੇ ਹਾਂ, ਉਸ ਨੂੰ ਇਰੇਜ਼ ਟੂਲ ਦੀ ਹੈਲਪ ਦੇ ਨਾਲ ਇਰੇਜ਼ ਕਰਾਂਗੇ। ਸੋ ਉਹ ਆਪਾਂ ਨੈਕਸਟ ਟਿਊਟੋਰੀਅਲਸ ਦੇ ਵਿੱਚ ਦੇਖਾਂਗੇ। ਬਟ ਫਿਲਹਾਲ ਇਹ ਤੁਸੀਂ ਇਹ ਦੇਖ ਸਕਦੇ ਹੋ ਇੱਥੋਂ ਕਿ ਜਿਹੜਾ ਲੈਸੋ ਟੂਲ ਹੈ ਉਸ ਦਾ ਕੰਮ ਕੀ ਹੈ, ਉਸ ਦਾ ਕੰਮ ਹੈ ਕਿ ਉਹ ਸਿਲੈਕਸ਼ਨਸ ਬਣਾਉਣੀਆਂ ਜਿਹੜੀਆਂ ਕਿ ਐਲਿਪਟੀਕਲ ਜਾਂ ਸਕੁਅਰ ਫਾਰਮ ਦੇ ਵਿੱਚ ਸਾਡਾ ਕੰਮ ਨਹੀਂ ਸੋਲਵ ਕਰਦੀਆਂ। ਤਾਂ ਉੱਥੇ ਸਾਨੂੰ ਕਿਹੜਾ ਟੂਲ ਹੈਲਪ ਕਰਦਾ, ਉੱਥੇ ਸਾਨੂੰ ਲੈਸੋ ਟੂਲ ਹੈਲਪ ਕਰਦਾ, ਜਿਸ ਦੇ ਵਿੱਚ ਲੈਸੋ ਟੂਲ, ਲੈਸੋ ਪੋਲੀਗਨ ਟੂਲ ਐਂਡ ਇੱਕ ਟੂਲ ਹੋਰ ਹੈ ਜੋ ਲੈਸੋ ਮੈਗਨੈਟਿਕ ਟੂਲ ਹੈ, ਉਸ ਨੂੰ ਆਪਾਂ ਨੈਕਸਟ ਟਿਊਟੋਰੀਅਲ ਦੇ ਵਿੱਚ ਦੇਖਾਂਗੇ। ਸੋ ਆਈ ਹੋਪ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਪਤਾ ਲੱਗ ਗਈਆਂ ਹੋਣਗੀਆਂ। ਐਂਡ ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਕਿ ਜਦੋਂ ਤੁਸੀਂ ਇਸ ਨੂੰ ਸਿਲੈਕਟ ਕਰ ਲੈਂਦੇ ਹੋ ਤਾਂ ਸਿਲੈਕਸ਼ਨ ਤੋਂ ਬਾਅਦ ਉਹ ਸਾਰੀਆਂ ਪ੍ਰੋਪਰਟੀਜ਼ ਐਪਲੀਕੇਬਲ ਨੇ ਜੋ ਤੁਸੀਂ ਮੈਰੀਕਿਊ ਟੈਗ ਦੇ ਵਿੱਚ ਅਪਲਾਈ ਕੀਤੀਆਂ ਸੀ। ਫੋਰ ਐਗਜ਼ਾਮਪਲ ਐਡੀਸ਼ਨ, ਸਬਟਰੈਕਸ਼ਨ, ਇੰਟਰਸੈਕਸ਼ਨ, ਮੋਡੀਫਿਕੇਸ਼ਨ ਜਿਹੜੀਆਂ ਕਰਦੇ ਸੀ ਆਪਾਂ, ਐਕਸਪੈਂਸ਼ਨ, ਦੈਨ ਕੰਡੈਂਸ ਕਰਦੇ ਸੀ, ਬਾਰਡਰਸ ਬਣਾਉਂਦੇ ਸੀ ਐਂਡ ਉਸ ਤੋਂ ਬਾਅਦ ਜੋ ਫਿਕਸਡ ਰੇਸ਼ੀਓ ਐਂਡ ਫਿਕਸਡ ਸਾਈਜ਼ ਹੈ ਉਹ ਸਾਰੀਆਂ ਚੀਜ਼ਾਂ ਵੀ ਤੁਸੀਂ ਇਸ ਦੇ ਵਿੱਚ ਪਰਫਾਰਮ ਕਰ ਪਾਓਗੇ। ਸੋ ਕਿਉਂਕਿ ਇਹ ਵੀ ਇੱਕ ਸਿਲੈਕਸ਼ਨ ਟੂਲ ਹੀ ਹੈ। ਸੋ ਬਟ ਇਸ ਦਾ ਕੰਮ ਇੰਨਾ ਗਾ ਕਿ ਇਸ ਦੇ ਨਾਲ ਅਸੀਂ ਸਿਲੈਕਸ਼ਨਸ ਬਣਾ ਸਕਦੇ ਹਾਂ ਅਰਾਊਂਡ ਦਾ ਐਜਸ, ਅਸੀਂ ਪੂਰੀ ਪ੍ਰੋਪਰ ਸਿਲੈਕਸ਼ਨ ਬਣਾ ਸਕਦੇ ਹਾਂ ਐਂਡ ਜਿੱਥੇ ਸਾਨੂੰ ਸਰਕਲ ਅਤੇ ਸਕੁਆਇਰ ਦੀ ਕਹਿ ਲਈਏ ਕਿ
ਇੱਕ ਫਾਰਮ ਜੋ ਹੈ ਉਹ ਉਸ ਤੋਂ ਵੱਧ ਕੇ ਅਸੀਂ ਬੇਸਿਕਲੀ ਕੋਈ ਸਿਲੈਕਸ਼ਨ ਕਰਨੀ ਹੈ ਤਾਂ ਉੱਥੇ ਸਾਨੂੰ ਇਹ ਜਿਹੜਾ ਟੂਲ ਹੈ ਉਹ ਹੈਲਪ ਕਰਦਾ ਹੈਗਾ। ਸੋ ਆਈ ਹੋਪ ਤੁਹਾਨੂੰ ਇਹ ਵੀਡੀਓ ਜੋ ਹੈ ਉਹ ਚੰਗੀ ਲੱਗੀ ਹੋਏਗੀ, ਕਿਉਂਕਿ ਇਸ ਦੇ ਵਿੱਚ ਜੋ ਮੈਂ ਲੈਸੋ ਟੂਲ ਹੈ ਉਹ ਕਾਫੀ ਹੱਦ ਤੱਕ ਡਿਟੇਲ ਦੇ ਵਿੱਚ ਕਵਰ ਕਰ ਲਿਆ ਹੈ। ਬਾਕੀ ਇੱਦਾਂ ਹੀ ਆਉਣ ਵਾਲੀ ਵੀਡੀਓਜ਼ ਦੇ ਵਿੱਚ ਤੁਸੀਂ ਦੇਖਦੇ ਰਹੋ ਐਂਡ ਉਸ ਦੇ ਵਿੱਚ ਵੀ ਆਪਾਂ ਸਾਰੇ ਦੇ ਸਾਰੇ ਟੂਲਸ ਕਵਰ ਅਪ ਕਰਾਂਗੇ ਐਂਡ ਇੱਦਾਂ ਹੀ ਪ੍ਰੈਕਟਿਸ ਕਰਾਂਗੇ। ਸੋ ਕੀਪ ਔਨ ਪ੍ਰੈਕਟਿਸਿੰਗ ਐਂਡ unsplash.com ਹੈ ਵੈਬਸਾਈਟ, ਇੱਕ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ। ਅਦਰਵਾਈਜ਼ ਇੱਦਾਂ ਦੀਆਂ ਬਹੁਤ ਸਾਰੀਆਂ ਵੈਬਸਾਈਟਸ ਆਨਲਾਈਨ ਅਵੇਲੇਬਲ ਨੇ ਜਿੱਥੋਂ ਤੁਸੀਂ ਫੋਟੋਗ੍ਰਾਫਸ ਡਾਊਨਲੋਡ ਕਰ ਸਕਦੇ ਹੋ ਜਾਂ ਤੁਸੀਂ ਆਪਣੀ ਖੁਦ ਦੀ ਫੋਟੋਗ੍ਰਾਫ ਵੀ ਐਡਿਟ ਕਰ ਸਕਦੇ ਹੋ। ਸੋ ਇੱਦਾਂ ਦਾ ਜਿਹੜਾ ਆਪਾਂ ਫਰੇਮ ਬਣਾਇਆ ਅੱਜ ਫੈਦਰ ਇਫੈਕਟ ਦੇ ਕੇ ਤੇ ਇਨਵਰਸ ਲਗਾ ਕੇ, ਤਾਂ ਤੁਸੀਂ ਇੱਦਾਂ ਦਾ ਫੈਦਰ ਇਫੈਕਟ ਇਨਵਰਸ ਲਗਾ ਕੇ ਆਪਣੇ ਫੋਟੋਗ੍ਰਾਫਸ ਦੇ ਉੱਪਰ ਐਡਿਟ ਜ਼ਰੂਰ ਕਰੋ। So till then, take care and I'll see you in the next tutorial of this Adobe Photoshop 2020 series. Thank you everyone.